प्यारे विद्यार्थियों, मैं राजिंदर कौर पंजाबी अध्यापिका DAV स्कूल मूना। हाँ जी बेटा, अज आप पढ़ांगे ज्ञान सरोवर बुक पाठ नंबर 2 अखर ज्ञान। ठीक है, जिसका नाम की है अखर ज्ञान। प्यारे बच्चों, जदों असी बोलते हाँ ਤਾਂ ਸਾਡੇ ਮੂੰਹ ਵਿੱਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਹਨ। ਇਹ ਆਵਾਜ਼ਾਂ ਧੁਨੀਆਂ ਅਖਵਾਉਂਦੀਆਂ ਹਨ। ਅਸੀਂ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਇਹਨਾਂ ਧੁਨੀਆਂ ਨੂੰ ਚਿੰਨ੍ਹਾਂ ਦੇ ਰੂਪ ਵਿੱਚ ਵਰਤਦੇ ਹਾਂ। ਇਹ ਚਿੰਨ੍ਹ ਅੱਖਰ ਜਾਂ ਵਰਨ ਅਖਵਾਉਂਦੇ ਹਨ। ਜਿਵੇਂ ਕਿ ਲੈਸਨ ਦੇ ਨਾਂ ਤੋਂ ਹੀ ਸਪਸ਼ਟ ਹੈ, ਅੱਖਰ ਗਿਆਨ ਭਾਵ ਅਸੀਂ ਇਹ ਵੇਖਣਾ ਵੀ ਅੱਖਰ ਕੀ ਹੁੰਦੇ ਹੈ। ਅੱਖਰ ਕੀ ਹੁੰਦੇ ਆ? ਸਭ ਤੋਂ ਪਹਿਲਾਂ ਤਾਂ ਦੇਖੋ ਧੁਨੀਆਂ ਕੀ ਹੁੰਦੀਆਂ ਬੇਟਾ। ਜੋ ਆਵਾਜ਼ਾਂ ਸਾਡੇ ਮੂੰਹ ਵਿੱਚੋਂ ਨਿਕਲਦੀਆਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਧੁਨੀਆਂ। ਅਤੇ ਜਦੋਂ ਅਸੀਂ ਜੋ ਅਸੀਂ ਬੋਲਦੇ ਹਾਂ ਉਹਨੂੰ ਲਿਖਣਾ ਹੋਵੇ ਜਾਂ ਉਹਨੂੰ ਲਿਖਤੀ ਰੂਪ ਦੇਣਾ ਤਾਂ ਜਿਹੜੇ ਚਿੰਨ੍ਹ ਅਸੀਂ ਵਰਤਦੇ ਹਾਂ ਉਹਨਾਂ ਨੂੰ ਅਸੀਂ ਅੱਖਰ ਆਖਦੇ ਹਾਂ। ਠੀਕ ਹੈ, ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹੈ ਉਹਨਾਂ ਨੂੰ ਅੱਖਰ ਆਖਦੇ ਹੈ। ਅੱਖਰ ਨੂੰ ਵਰਨ ਵੀ ਕਹਿੰਦੇ ਹੈ। ਠੀਕ ਹੈ, ਅਤੇ ਅੱਖਰ ਵੀ ਕਹਿ ਦਿੰਦੇ ਹਾਂ। ਠੀਕ ਹੈ, ਆਪਾਂ ਜਿਵੇਂ ਕੱਕਾ ਮੰਮਾ ਲੱਲਾ ਕਮਲ, ਆੜਾ ਨੰਨੇ ਕੰਨਾ ਰਾਰਾ, ਅਨਾਰ, ਦੱਦਾ ਬਾਵੇ ਕੰਨਾ ਤੱਤਾ, ਦ ਵਾ ਤ। ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ 35 ਚਿੰਨ੍ਹ ਅਰਥਾਤ ਅੱਖਰ ਜਾਂ ਵਰਨ ਵਰਤੇ ਜਾਂਦੇ ਹਨ। ਇਹ ਚਿੰਨ੍ਹ ਹੇਠਾਂ ਲਿਖੇ ਹਨ। ਠੀਕ ਹੈ ਬੇਟਾ, ਅੱਖਰ ਸਮਝ ਗਏ ਨਾ ਕੀ ਹੁੰਦਾ ਹੈ? ਜਿਹੜੇ ਵੀ ਭਾਸ਼ਾ ਨੂੰ ਲਿਖਣ ਦੇ ਲਈ ਅਸੀਂ ਜਿਹੜੇ ਚਿੰਨ੍ਹ ਵਰਤਦੇ ਹਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਅੱਖਰ। ਅੱਖਰ ਵੀ ਕਹਿ ਦਿੰਦੇ ਹੈ, ਵਰਨ ਵੀ ਕਹਿ ਦਿੰਦੇ ਹੈ। ਠੀਕ ਹੈ, ਜਿਵੇਂ ਸਭ ਤੋਂ ਪਹਿਲਾਂ ਸਾਡੀ ਪੰਜਾਬੀ ਭਾਸ਼ਾ ਵਿੱਚ 35 ਅੱਖਰ ਸੀ, ਇਸ ਲਈ ਇਹਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ। ਊੜੇ ਤੋਂ ਲੈ ਕੇ ਰਾੜੇ ਤੱਕ, ਇੱਥੇ ਤੱਕ ਇਹ ਸਾਰੇ ਅੱਖਰਾਂ ਦੀ ਗਿਣਤੀ 35 ਹੈ। ਕਿਵੇਂ ਪੜ੍ਹੋਗੇ ਇਹਨੂੰ? ਊੜਾ, ਆੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਘੱਗਾ, ਅੰਗਾ, ਚੱਚਾ, ਛੱਛਾ, ਜੱਜਾ, ਝੱਜਾ, ਨੀਆਂ, ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ। ਲਾਸਟ ਲਾਈਨ ਹੈ ਜਈਆ, ਰਾਰਾ, ਲੱਲਾ, ਵਾਵਾ, ਰਾੜਾ। ਠੀਕ ਹੈ, ਊੜੇ ਤੋਂ ਲੈ ਕੇ ਰਾੜੇ ਤੱਕ ਜਿੰਨੇ ਚਿੰਨ੍ਹ ਨੇ ਇਹਨਾਂ ਨੂੰ ਅਸੀਂ ਅੱਖਰ ਆਖਦੇ ਹਾਂ। ਨੈਕਸਟ ਹੈ ਪੈਰ ਬਿੰਦੀ ਵਾਲੇ ਅੱਖਰ। ਪਿਆਰੇ ਬੱਚਿਓ, ਪੰਜਾਬੀ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਦਾ ਮਿਸ਼ਰਣ ਹੈ। ਇਸ ਵਿੱਚ ਫਾਰਸੀ, ਅਰਬੀ, ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਰਲ ਚੁੱਕੇ ਹਨ। ਰਲ ਚੁੱਕੇ ਦਾ ਅਰਥ ਹੁੰਦਾ ਬੇਟਾ ਮਿਕਸ ਹੋ ਚੁੱਕੇ ਹਨ, ਮਿਲ ਚੁੱਕੇ ਹਨ। ਉਹਨਾਂ ਭਾਸ਼ਾਵਾਂ ਨੂੰ ਸਹੀ ਤਰ੍ਹਾਂ ਨਾਲ ਬੋਲਣ ਲਈ ਕੁਝ ਅੱਖਰਾਂ ਦੇ ਪੈਰ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਹੇਠ ਲਿਖੇ ਹਨ। ਠੀਕ ਹੈ, ਹੇਠ ਦਿੱਤੇ ਅੱਖਰਾਂ ਦੀ ਵਰਤੋਂ ਵੇਖੋ ਵੀ ਇਹਨਾਂ ਦੀ ਕਿਵੇਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਬੇਟਾ ਆਪਣੇ ਪੈਰ ਬਿੰਦੀ ਵਾਲੇ ਅੱਖਰ ਹੈ ਜਿਹੜੇ ਉਹ ਕਿੰਨੇ ਹੈ। ਕਿੰਨੇ ਅੱਖਰ ਨੇਗੇ? 6 ਅੱਖਰ। 6 ਅੱਖਰਾਂ ਦੇ ਪੈਰ ਵਿੱਚ ਬਿੰਦੀ ਕਿਉਂ ਲਗਾਈ ਗਈ ਹੈ? ਕਿਉਂਕਿ ਅਸੀਂ ਪੰਜਾਬੀ ਦੇ ਅੱਖਰਾਂ ਨਾਲ ਇਕੱਲੀ ਪੰਜਾਬੀ ਭਾਸ਼ਾ ਹੀ ਨਹੀਂ ਲਿਖਦੇ, ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਹੋਰ ਭਾਸ਼ਾਵਾਂ ਵੀ ਮਿਲ ਚੁੱਕੀਆਂ ਨੇ। ਕਿਹੜੀਆਂ ਕਿਹੜੀਆਂ ਭਾਸ਼ਾਵਾਂ ਨੇ? ਫਾਰਸੀ, ਅਰਬੀ, ਅੰਗਰੇਜ਼ੀ। ਜਿਹੜੇ ਸ਼ਬਦ ਇਹਨਾਂ ਭਾਸ਼ਾਵਾਂ ਦੇ ਹੈ ਉਹਨਾਂ ਨੂੰ ਸਹੀ ਢੰਗ ਨਾਲ ਬੋਲਣ ਦੇ ਲਈ ਅਤੇ ਲਿਖਣ ਦੇ ਲਈ ਇਹ 6 ਪੈਰਾਂ ਦੇ ਪੈਰ ਵਿੱਚ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਸਮਝ ਆ ਗਈ ਨਾ ਵੀ ਅਸੀਂ ਕਿਉਂ ਲਗਾਈਏ ਬਿੰਦੀ? ਇਹ ਅਰਬੀ, ਫਾਰਸੀ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਲਿਖਣ ਲਈ। ਹੁਣ ਅਸੀਂ ਵੇਖਣਾ ਵੀ ਕਿਹੜੇ ਕਿਹੜੇ ਅੱਖਰ ਦੇ ਪੈਰ ਵਿੱਚ ਬਿੰਦੀ ਲਗਾਈ ਜਾਂਦੀ ਹੈ ਅਤੇ ਉਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਸੱਸੇ ਪੈਰ ਬਿੰਦੀ ਸ਼ਲਗਮ, ਖੱਖੇ ਪੈਰ ਬਿੰਦੀ ਖਰਗੋਸ਼,
ਗੱਗੇ ਪੈਰ ਬਿੰਦੀ ਗੁਵਾਰਾ, ਜੱਜੇ ਪੈਰ ਬਿੰਦੀ ਜੰਜੀਰ, ਫੱਫੇ ਪੈਰ ਬਿੰਦੀ ਫੁਹਾਰਾ, ਲੱਲੇ ਪੈਰ ਬਿੰਦੀ ਪਾਲਾ। ਇਹ 6 ਅੱਖਰ ਨੇਗੇ ਜਿਨ੍ਹਾਂ ਦੇ ਪੈਰ ਵਿੱਚ ਬਿੰਦੀ ਲਗਾਈ ਜਾਂਦੀ ਹੈ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਠੀਕ ਹੈ ਬੇਟਾ, ਇੱਥੇ ਤੱਕ ਅਸੀਂ ਆਪਣਾ ਵੀ ਅੱਖਰ ਕੀ ਹੁੰਦੇ ਆ ਤੇ ਸਾਡੀ ਵਰਨਮਾਲਾ ਦੇ ਵਿੱਚ ਅੱਖਰ ਕਿੰਨੇ ਨੇਗੇ। ਪਹਿਲਾਂ 35 ਅੱਖਰ ਹੁੰਦੇ ਸੀ, ਉਸ ਤੋਂ ਬਾਅਦ ਅਰਬੀ, ਫਾਰਸੀ ਤੇ ਅੰਗਰੇਜ਼ੀ ਭਾਸ਼ਾ ਨੂੰ ਬੋਲਣ ਲਈ 6 ਅੱਖਰਾਂ ਦੇ ਪੈਰ ਵਿੱਚ ਬਿੰਦੀ ਲਗਾਈ ਗਈ ਹੈ, ਜਿਸ ਨੂੰ ਮਿਲਾ ਕੇ ਸਾਡੀ ਵਰਨਮਾਲਾ ਦੇ ਅੱਜ ਕੱਲ੍ਹ 41 ਅੱਖਰ ਹਨ। ਠੀਕ, ਨੈਕਸਟ ਹੈ ਅੱਖਰਾਂ ਦੀਆਂ ਕਿਸਮਾਂ। ਇਹ ਅੱਖਰ ਬੇਟਾ ਅੱਗੇ ਇਹਨਾਂ ਦੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਨੇ। ਅੱਖਰ 2 ਪ੍ਰਕਾਰ ਦੇ ਹੁੰਦੇ ਹਨ, ਨੰਬਰ ਊੜਾ ਸਵਰ, ਨੰਬਰ ਆੜਾ ਵਿਅੰਜਨ। ਕਿੰਨੀ ਤਰ੍ਹਾਂ ਦੇ ਹੁੰਦੇ ਆ ਅੱਖਰ? 2 ਪ੍ਰਕਾਰ ਦੇ। ਕਿਹੜੇ-ਕਿਹੜੇ? ਸਵਰ ਤੇ ਵਿਅੰਜਨ। ਹੁਣ ਅਸੀਂ ਵੇਖਾਂਗੇ ਸਵਰ ਕੀ ਹੁੰਦੇ ਹੈ, ਵਿਅੰਜਨ ਕੀ ਹੁੰਦੇ ਹੈ। ਸਭ ਤੋਂ ਪਹਿਲਾਂ ਹੈ ਸਵਰ, ਅਜਿਹੇ ਅੱਖਰ ਜੋ ਦੂਸਰੇ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਣ, ਉਹ ਸਵਰ ਅੱਖਰ ਅਖਵਾਉਂਦੇ ਹਨ। ਇਹ 3 ਹਨ, ਊੜਾ, ਆੜਾ, ਈੜੀ। ਸਵਰ ਅੱਖਰ ਜਾਨੀ ਜਿਹੜੇ ਦੂਸਰੇ ਅੱਖਰਾਂ ਤੋਂ ਬਿਨਾਂ ਬੋਲੇ ਜਾਣ, ਦੂਜੇ ਅੱਖਰਾਂ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ ਇਹਨਾਂ ਨੂੰ ਬੋਲਣ ਲੱਗਿਆ। ਜਾਂ ਸਧਾਰਨ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ, ਜਿਹੜੇ ਸਵਰ ਅੱਖਰ ਹੁੰਦੇ ਆ ਇਹਨਾਂ ਨੂੰ ਬੋਲਣ ਸਮੇਂ ਸਾਡੀ ਸਾਹ ਦੀ ਆਵਾਜ਼ ਆ ਜਿਹੜੀ ਉਹ ਬੇਰੋਕ ਬਾਹਰ ਨਿਕਲਦੇ ਆ। ਭਾਵ ਸਾਡਾ ਸਾਹ ਰੁਕਦਾ ਨਹੀਂ, ਕਿਤੇ ਬੇਰੋਕ ਬਾਹਰ ਨਿਕਲਦਾ। ਜਿਵੇਂ ਅਸੀਂ ਬੋਲੀਏ ਊੜਾ, ਆੜਾ, ਈੜੀ, ਕਿਤੇ ਵੀ ਤੁਹਾਡੇ ਬੁੱਲਾਂ ਦੇ ਨਾਲ, ਜੀਭ ਦੇ ਨਾਲ, ਕਿਸੇ ਵੀ ਮੂੰਹ ਦੇ ਅੰਗ ਨਾਲ ਲੱਗ ਕੇ ਸਾਹ ਰੁਕਦਾ ਨਹੀਂ, ਬੇਰੋਕ ਬਾਹਰ ਨਿਕਲਦਾ। ਜਿਹੜੇ ਅੱਖਰ ਇਹ ਹੁੰਦੇ ਆ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸਵਰ। ਭਾਵ ਇਹਨਾਂ ਨੂੰ ਅਸੀਂ ਇਕੱਲਿਆਂ ਨੂੰ ਹੀ ਬੋਲ ਸਕਦੇ ਹਾਂ, ਇਹਨਾਂ ਨੂੰ ਬੋਲਣ ਦੇ ਲਈ ਕਿਸੇ ਹੋਰ ਅੱਖਰ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ। ਸਵਰ ਅੱਖਰ ਕਿੰਨੇ ਹੁੰਦੇ ਆ? 3 ਅੱਖਰ ਹੁੰਦੇ ਆ। ਕਿਹੜੇ-ਕਿਹੜੇ? ਊੜਾ, ਆੜਾ ਤੇ ਈੜੀ। ਦੂਜੀ ਕਿਸਮ ਹੈ ਸਾਡੀ, ਜਿਵੇਂ ਊੜਾ ਉੱਠ, ਆੜਾ ਅਨਾਰ, ਈੜੀ ਇੱਲ। ਦੂਜੀ ਕਿਸਮ ਆ ਜਾਂਦੀ ਹੈ ਵਿਅੰਜਨ। ਜਿਹੜੇ ਸ਼ਬਦ ਕਿਸੇ ਸਵਰ ਦੀ ਸਹਾਇਤਾ ਤੋਂ ਬਿਨਾਂ ਨਾ ਬੋਲੇ ਜਾ ਸਕਣ, ਉਹ ਵਿਅੰਜਨ ਅੱਖਰ ਅਖਵਾਉਂਦੇ ਹਨ। ਸੱਸੇ ਤੋਂ ਰਾੜੇ ਤੱਕ ਸਾਰੇ ਵਿਅੰਜਨ ਅੱਖਰ ਅਖਵਾਉਂਦੇ ਹਨ। ਹੁਣ ਵਿਅੰਜਨ ਅੱਖਰ ਕਿਹੜੇ ਹੁੰਦੇ ਆ? ਜਿਹੜੇ ਸਾਡੇ ਸਵਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਨਾ ਬੋਲੇ ਜਾਂਦੇ ਹਨ, ਵੀ ਜਿਨ੍ਹਾਂ ਨੂੰ ਬੋਲਣ ਲੱਗੇ ਊੜਾ, ਆੜਾ, ਈੜੀ, ਇਹਨਾਂ ਸਵਰ ਅੱਖਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਅੰਜਨ ਅੱਖਰ। ਜਾਂ ਅਸੀਂ ਇਹ ਕਹਿ ਸਕਦੇ ਹਾਂਗੇ ਕਿ ਜਿਨ੍ਹਾਂ ਨੂੰ ਬੋਲਣ ਸਮੇਂ ਸਾਡਾ ਸਾਹ ਰੁਕ ਕੇ ਬਾਹਰ ਨਿਕਲਦਾ, ਉਹਨਾਂ ਨੂੰ ਅਸੀਂ ਵਿਅੰਜਨ ਕਹਿੰਦੇ ਹਾਂ। ਜਿਵੇਂ ਤੁਸੀਂ ਕੋਈ ਵੀ ਅੱਖਰ ਲਾ ਲਓ ਊੜਾ, ਆੜਾ, ਈੜੀ ਨੂੰ ਛੱਡ ਕੇ, ਕਿਉਂਕਿ ਇਹ ਸਵਰ ਅੱਖਰ ਨੇ। ਉਸ ਤੋਂ ਬਾਅਦ ਜਿਵੇਂ ਤੁਸੀਂ ਬੋਲਿਓ ਸਸ, ਸਸ ਤੋਂ ਬਾਅਦ ਸਾਡਾ ਸਾਹ ਰੁਕ ਜਾਂਦਾ, ਫਿਰ ਅਸੀਂ ਬੋਲਾਂਗੇ ਸਸ ਸਾ, ਰੁਕ ਕੇ ਬੋਲਿਆ ਨਾ ਅਸੀਂ। ਐਸੇ ਤਰ੍ਹਾਂ ਹੀ ਪਪ, ਦੋਨੋਂ ਲਿਪਸ ਸਾਡੇ ਬੰਦ ਹੋ ਗਏ ਤੇ ਜਦੋਂ ਅਸੀਂ ਬੋਲਾਂਗੇ ਪਾ, ਮਤਲਬ 2 ਹਿੱਸਿਆਂ ਵਿੱਚ ਬੋਲਿਆ, ਪ ਫਿਰ ਪਾ, ਪੱਪਾ। ਇਹ ਹੈ ਸਾਰੇ ਅੱਖਰ ਸੱਸੇ ਤੋਂ ਰਾੜੇ ਤੱਕ ਸਾਡੇ ਕਿਹੜੇ ਅੱਖਰ ਨੇ? ਵਿਅੰਜਨ। 35 ਅੱਖਰਾਂ ਦੇ ਵਿੱਚੋਂ ਬੇਟਾ 3 ਅੱਖਰ ਸਾਡੇ ਸਵਰ ਨਿਕਲ ਗਏ, ਬਾਕੀ ਕਿੰਨੇ ਰਹੇ? 32 ਅੱਖਰ ਸਾਡੇ ਵਿਅੰਜਨ ਨੇ। ਜਿਹੜੇ ਪੈਰਵਿੰਦੀ ਵਾਲੇ ਅੱਖਰ ਨੇਗੇ ਇਹ ਵੀ ਸਾਡੇ ਵਿਅੰਜਨਾਂ ਵਿੱਚ ਹੀ ਆ ਜਾਂਦੇ ਹੈਗੇ। ਹੁਣ ਜੋ ਆਪਾਂ ਨੇ ਲੈਸਨ ਪੜ੍ਹਿਆ ਉਹਦੇ ਵਿੱਚ ਧਿਆਨ ਰੱਖਣ ਵਾਲੀਆਂ ਗੱਲਾਂ ਜਾਂ ਯਾਦ ਰੱਖਣ ਵਾਲੀਆਂ ਕਿਹੜੀਆਂ ਗੱਲਾਂ ਨੇ? ਨੰਬਰ 1 ਤੇ ਹੈ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਧੁਨੀਆਂ ਨੂੰ ਚਿੰਨ੍ਹਾਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਵੀ ਭਾਵ ਜਦੋਂ ਅਸੀਂ ਜੋ ਬੋਲਦੇ ਹਾਂ ਜਾਂ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣਾ ਹੈ ਤਾਂ ਉਹਨਾਂ ਨੂੰ ਲਿਖਣ ਦੇ ਲਈ ਚਿੰਨ੍ਹਾਂ ਨੂੰ ਵਰਤਿਆ ਜਾਂਦਾ ਹੈ। ਠੀਕ ਹੈ, ਉਹੀ ਚਿੰਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਅੱਖਰ। ਪੈਰ ਬਿੰਦੀ 6 ਅੱਖਰਾਂ ਦੇ ਲਗਾਈ ਜਾਂਦੀ ਹੈ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਊੜਾ, ਆੜਾ, ਈੜੀ ਇਹ ਸਵਰ ਅੱਖਰ ਹਨ, ਇਹਨਾਂ ਦੀ ਗਿਣਤੀ 3 ਹੈ। ਸੱਸੇ ਤੋਂ ਰਾੜੇ ਤੱਕ ਸਾਰੇ ਵਿਅੰਜਨ ਅੱਖਰ ਹੁੰਦੇ ਹਨ। ਇਹ 32 ਅੱਖਰ ਨੇ ਜਿਹੜੇ ਸਾਡੇ ਵਿਅੰਜਨ ਨੇ। ਠੀਕ ਹੈ ਬੇਟਾ,
ਉਮੀਦ ਹੈ ਤੁਹਾਨੂੰ ਇਹ ਲੈਸਨ ਹੈ ਬੇਟਾ ਸਮਝ ਆ ਗਿਆ ਹੋਵੇਗਾ। ਇਹਨੂੰ ਤੁਸੀਂ ਧਿਆਨ ਨਾਲ ਇੱਕ ਵਾਰੀ ਖੁਦ ਰੀਡਿੰਗ ਕਰਨੀ ਹੈ ਤੇ ਸਮਝਣਾ ਹੈ। ਜੋ ਚੀਜ਼ ਸਮਝ ਨਹੀਂ ਆਊਗੀ ਉਹ ਤੁਸੀਂ ਦੁਬਾਰਾ ਪੁੱਛ ਸਕਦੇ ਹੋ। ਚਲੋ ਨੈਕਸਟ ਆਪਾਂ ਕਰਦੇ ਹਾਂ ਬੁੱਕ ਵਰਕ। ਇਸ ਲੈਸਨ ਨਾਲ ਜਿਹੜਾ ਸੰਬੰਧਿਤ ਬੁੱਕ ਵਰਕ ਦਿੱਤਾ ਹੋਇਆ ਹੈ। ਫਸਟ ਹੈ ਮੌਖਿਕ ਕੰਮ। ਠੀਕ ਉੱਤਰ ਅੱਗੇ ਟਿਕ ਦਾ ਨਿਸ਼ਾਨ ਲਗਾਓ। ਫਸਟ ਹੈ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਰਤੇ ਜਾਂਦੇ ਚਿੰਨ੍ਹ ਕੀ ਅਖਵਾਉਂਦੇ ਹਨ। ਭਾਵ ਜਦੋਂ ਅਸੀਂ ਕਿਸੇ ਭਾਸ਼ਾ ਨੂੰ ਲਿਖਣਾ ਹੈ ਤਾਂ ਜਿਹੜੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ। ਆਪਸ਼ਨ ਸ਼ਬਦ, ਅੱਖਰ ਜਾਂ ਵਰਨ ਜਾਂ ਵਾਕ। ਕੀ ਕਵਾਂਗੇ? ਅੱਖਰ ਜਾਂ ਵਰਨ। ਪੰਜਾਬੀ ਭਾਸ਼ਾ ਵਿੱਚ ਪੈਰ ਬਿੰਦੀ ਵਾਲੇ ਕਿੰਨੇ ਅੱਖਰ ਹਨ? 8, 6, 7। ਕਿੰਨੇ ਹਨ? 6। ਨੈਕਸਟ ਹੈ ਅੱਖਰ ਜਾਂ ਵਰਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ? 3, 2, 4। ਸਹੀ ਉੱਤਰ ਕੀ ਆਏਗਾ? 2। ਨੈਕਸਟ ਸੱਸੇ ਤੋਂ ਰਾੜੇ ਤੱਕ ਸਾਰੇ ਅੱਖਰ ਕਿਹੜੇ ਹਨ? ਵਿਅੰਜਨ ਅੱਖਰ, ਸਵਰ ਅੱਖਰ, ਦੁੱਤ ਅੱਖਰ। ਕਿਹੜੇ ਅੱਖਰ ਹਨ ਬੇਟਾ? ਵਿਅੰਜਨ ਅੱਖਰ। ਨੈਕਸਟ ਹੈ ਲਿਖਤੀ ਕੰਮ। ਖਾਲੀ ਥਾਵਾਂ ਭਰੋ। ਫਸਟ ਹੈ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਡੈਸ਼ ਅੱਖਰ ਵਰਤੇ ਜਾਂਦੇ ਹਨ। ਆਪਸ਼ਨ ਦਿੱਤੇ ਹੋਏ ਹੈ 37, 37 ਮੀਨਸ 37, 35, 35 ਮੀਨਸ 35। ਠੀਕ ਹੈ, ਕਿੰਨੇ ਅੱਖਰ ਨੇ? 35। ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਪਹਿਲਾਂ 35 ਜਾਨੀ 35 ਅੱਖਰ ਸੀਗੇ। ਨੈਕਸਟ ਹੈ ਪੈਰ ਬਿੰਦੀ ਵਾਲੇ ਡੈਸ਼ ਅੱਖਰ ਹਨ। ਕਿੰਨੇ ਹਨ? 6। ਠੀਕ ਹੈ, ਆਪਸ਼ਨ ਕੀ ਸੀ? 41 ਜਾਂ 6? 6 ਸਹੀ ਉੱਤਰ। ਨੈਕਸਟ ਊੜਾ ਆੜਾ ਈੜੀ ਡੈਸ਼ ਅੱਖਰ ਅਖਵਾਉਂਦੇ ਹਨ। ਸਵਰ ਜਾਂ ਵਿਅੰਜਨ। ਕਿਹੜੇ ਅੱਖਰ ਨੇਗੇ ਇਹ? ਸਵਰ ਅੱਖਰ। ਨੈਕਸਟ ਸੱਸੇ ਤੋਂ ਰਾੜੇ ਤੱਕ ਡੈਸ਼ ਅੱਖਰ ਹੁੰਦੇ ਹਨ। ਸਵਰ ਜਾਂ ਵਿਅੰਜਨ। ਜਦੋਂ ਅਸੀਂ ਵਰਨਮਾਲਾ ਦੇ ਵਿੱਚੋਂ ਊੜਾ ਆੜਾ ਈੜੀ ਕੱਢ ਦਿੰਦੇ ਹਾਂ ਤਾਂ ਸੱਸੇ ਤੋਂ ਰਾੜੇ ਤੱਕ ਕਿਹੜੇ ਅੱਖਰ ਰਹਿ ਜਾਂਦੇ ਆ? ਵਿਅੰਜਨ। ਨੈਕਸਟ ਹੈ ਸਵਰ ਅੱਖਰ ਡੈਸ਼ ਹੁੰਦੇ ਹਨ। 5 ਜਾਂ 3। ਸਹੀ ਉੱਤਰ 3। ਨੈਕਸਟ ਹੈ ਹੇਠ ਦਿੱਤੇ ਵਾਕਾਂ ਵਿੱਚੋਂ ਸਹੀ ਵਾਕ ਅੱਗੇ ਟਿਕ ਅਤੇ ਗਲਤ ਵਾਕ ਅੱਗੇ ਕ੍ਰਾਸ ਦਾ ਨਿਸ਼ਾਨ ਲਗਾਓ। ਫਸਟ ਹੈ ਪੰਜਾਬੀ ਭਾਸ਼ਾ ਵਿੱਚ ਪੈਰ ਬਿੰਦੀ ਵਾਲੇ 8 ਅੱਖਰ ਹੁੰਦੇ ਹਨ। ਕਿੰਨੇ ਅੱਖਰ ਹੁੰਦੇ ਆ ਬੇਟਾ? 6। ਇਸ ਲਈ ਇਹਨੂੰ ਅਸੀਂ ਕੀ ਲਗਾਵਾਂਗੇ? ਕ੍ਰਾਸ ਦਾ ਨਿਸ਼ਾਨ। ਗਲਤ ਹੈ ਇਹ। ਸੈਕਿੰਡ ਹੈ ਅੱਖਰ ਦੀਆਂ 2 ਕਿਸਮਾਂ ਹੁੰਦੀਆਂ ਹਨ। ਸਹੀ, 2 ਹੀ ਹੁੰਦੀਆਂ ਨਾ, ਸਵਰ ਤੇ ਵਿਅੰਜਨ। ਨੈਕਸਟ ਹੈ ਸਵਰ ਅੱਖਰ ਦੂਜੇ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਂਦੇ ਹਨ। ਸਹੀ, ਕਿਉਂਕਿ ਸਵਰ ਅੱਖਰਾਂ ਨੂੰ ਅਸੀਂ ਬਿਨਾਂ ਸਹਾਇਤਾ ਤੋਂ ਬੋਲ ਸਕਦੇ ਹਾਂ। ਨੈਕਸਟ ਹੈ ਊੜਾ ਆੜਾ ਈੜੀ ਵਿਅੰਜਨ ਅੱਖਰ ਹਨ। ਗਲਤ। ਕਿਹੜੇ ਨੇਗੇ ਇਹ? ਸਵਰ ਅੱਖਰ। ਇੱਥੇ ਅਸੀਂ ਕ੍ਰਾਸ ਦਾ ਨਿਸ਼ਾਨ ਲਗਾਵਾਂਗੇ। ਲਾਸਟ ਹੈ ਵਿਅੰਜਨ ਅੱਖਰ ਸਵਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਨਹੀਂ ਜਾ ਸਕਦੇ। ਜਿਹੜੇ ਸਾਡੇ ਵਿਅੰਜਨ ਅੱਖਰ ਨੇ ਉਹਨਾਂ ਨੂੰ ਅਸੀਂ ਸਵਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਨਹੀਂ ਬੋਲ ਸਕਦੇ। ਇਹ ਸਹੀ ਹੈ। ਥਰਡ ਤੇ ਹੈ ਬੇਟਾ ਹੇਠਾਂ ਦਿੱਤੇ ਚਿੱਤਰਾਂ ਨੂੰ ਪਛਾਣੋ ਅਤੇ ਉਹਨਾਂ ਦੇ ਨਾਂ ਦੇ ਪਹਿਲੇ ਅੱਖਰ ਉੱਪਰ ਗੋਲਾ ਲਗਾਓ। ਪਿਕਚਰ ਵੇਖੋ ਕੀ ਬਣਿਆ ਹੋਇਆ ਹੈ? ਚਮਚ। ਚਮਚ ਕਿਹੜੇ ਅੱਖਰ ਨਾਲ ਸਟਾਰਟ ਹੋਏਗਾ? ਚੱਚੇ ਨਾਲ। ਅੱਖਰ ਕਿਹੜੇ ਕਿਹੜੇ ਦਿੱਤੇ ਹੋਏ ਸਾਡੇ ਕੋਲੇ? ਕੱਕਾ, ਚੱਚਾ, ਲੱਲਾ। ਤਾਂ ਕਿਤੇ ਸਰਕਲ ਆਏਗਾ? ਚੱਚੇ ਤੇ। ਨੈਕਸਟ ਪਿਕਚਰ ਵੇਖੋ ਕੀ ਦਿੱਤਾ ਹੋਇਆ ਹੈ? ਸਲੇਟ। ਸਲੇਟ ਦਾ ਕਿਹੜੇ ਅੱਖਰ ਤੋਂ ਸਟਾਰਟ ਹੋਏਗੀ? ਸੱਸੇ ਤੋਂ। ਆਪਸ਼ਨ ਦਿੱਤੇ ਹੋਏ ਤਾਂ ਅਸੀਂ ਕਾਹਤੇ ਸਰਕਲ ਲਗਾਵਾਂਗੇ? ਸੱਸੇ ਤੇ। ਐਸੇ ਤਰ੍ਹਾਂ ਹੀ ਬੱਤਖ ਦਾ ਬੱਬੇ ਤੇ, ਗਮਲੇ ਦਾ ਗੱਗੇ ਤੇ, ਪਤੰਗ ਦਾ ਪੱਪੇ ਤੇ, ਟਮਾਟਰ ਦਾ ਟੈਂਕੇ ਤੇ। ਲਾਸਟ ਤੇ ਹੈ ਬੇਟਾ ਯੋਗਤਾ ਪਰਖ। ਹੇਠਾਂ ਦਿੱਤੇ ਚਿੱਤਰ ਵਿੱਚ ਰੰਗ ਭਰੋ ਅਤੇ ਚਿੱਤਰ ਪਛਾਣ ਕੇ ਉਸ ਦਾ ਨਾਂ ਲਿਖੋ। ਜੋ ਤੁਹਾਨੂੰ ਨੀਚੇ ਪਿਕਚਰ ਦਿੱਤੀ ਹੋਈ ਹੈ ਕਾਹਦੀ ਬਣੀ ਹੋਈ ਹੈ, ਤੁਸੀਂ ਇਹਦੇ ਵਿੱਚ ਸੋਹਣੇ ਸੋਹਣੇ ਕਲਰ ਵੀ ਭਰਨੇ ਹੈ, ਰੰਗ ਭਰਨੇ ਹੈ ਅਤੇ ਉਹਦਾ ਨਾਮ ਵੀ ਲਿਖਣਾ ਹੈ। ਠੀਕ ਹੈ, ਇਹ ਸੀ ਆਪਣਾ ਸੈਕਿੰਡ ਲੈਸਨ ਦੇ ਨਾਲ ਸੰਬੰਧਿਤ ਬੁੱਕ ਵਰਕ ਜੋ ਅਸੀਂ ਕਰ ਲਿਆ। ਇਹਨੂੰ ਤੁਸੀਂ ਬੁੱਕਸ ਕੰਪਲੀਟ ਵੀ ਕਰ ਲੈਣੀ ਹੈ
ਤੇ ਲਰਨ ਵੀ ਕਰ ਲੈਣਾ। ਠੀਕ ਹੈ ਬੇਟਾ, ਓਕੇ, ਟੇਕ ਕੇਅਰ।